मैं तान दीवान तू है मेरे स्वामी। मैं तोदे आगे अरदास मैं होर थाऊं नाही जिस पह करूं बेनंती। मेरा दुख सुख तुझ ही पास। परम सत्कारयोग परम सन्मानयोग जुगो जुग अटल चवर छतर तखत और वखत दे मालक समुची कायनात नूं सांझा उपदेश देण वाले सांझे रहबर साहिब कमाल शब्द गुरु धन धन साहिब श्री गुरु ग्रंथ साहिब जीओ महाराज। तिन्हां दी पावन पवित्र हजूरी दा आनंद मान रहे। गुरु प्यारे गुरु सवारे सत संगी जनो वडभागे हाँ। रोजाना गुरबाणी दे नाल सांझ पा के अपने जीवन नूं सचियारा बनाउण दा यतन करदे हां। अज आपां धन श्री गुरु अर्जन साहिब पातशाह जी दे वल्लों उच्चारण कीती हुई पावन बाणी 12 माह दी जो बाणी है माझ राग दे अंदर जो फग्गण महीने दे राही धन श्री गुरु अर्जन साहिब पातशाह जी ने सानू उपदेश दिता है। ये पावन पौड़ी धन श्री गुरु ग्रंथ साहिब महाराज जी दे पावन पवित्र अंक 136 उपर शोभायमान है। धन श्री गुरु अर्जन साहिब पातशाह जी ने फग्गण के महीने के राही जिसनों पातशाह जी ने फाल्गुन आख्या है, आपां फग्गण कह देने हाँ। पातशाह जी ने अखीरली पंक्ति के अंदर बख्शिश की है, जिहवा एक जीव एक है अनेक गुण अकाल पुरख परमात्मा के अनेकां गुण ने तरे नानक चरनी पाए। जेड़े सोहणे चरना का आसरा तकते ने वो तर जाते ने अनेकां तर गए। फाल्गुन नित सलाही है जिसनों तिल ना तमाए आओ। इस पावन पौड़ी के सहारे अगलेरियां विचारां आरंभ करन तो पहला मुबारक फतेह दे नाल सांझ पा लईए। इक्की ही वार कहन ते फतेह परवानो जी आखो जी वाहिगुरु जी का खालसा वाहिगुरु जी की फतेह। अखीरली पंक्ति के अंदर पातशाह जी ने बख्शिश की, जिहवा एक जीव एक है अनेक गुण अकाल पुरख परमात्मा के गुण अनेकां हन तरे नानक चरनी पाए। जेड़े जीव अकाल पुरख परमात्मा के चरनी पैंदे हन अकाल पुरख परमात्मा का आसरा तकते हैं वो संसार समुंदर तो तर जाते हैं। हुण जदों आपां गुणां की गल करते हैं, धन श्री गुरु अर्जन साहिब पातशाह जी ने बख्शिश की, धनासरी राग के अंदर तुम दाते ठाकुर प्रतिपालक नायक खसम हमारे निमख निमख तुम ही प्रतिपालो हम बारक तुमरे धारे। जिहवा एक कवन गुण कही है, बेशुमार बेअंत स्वामी तेरो अंत ना किन्ही लही है।
ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸ਼੍ਰੀ ਰਾਗ ਦੇ ਅੰਦਰ ਬਖਸ਼ਿਸ਼ ਕੀਤੀ ਤੇ ਆਖਿਆ 14 ਨੰਬਰ ਅੰਕ ਦੇ ਉੱਤੇ, ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਬਚਨ ਹਨ ਕਿ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪਾਤਸ਼ਾਹ ਜੀ ਨੇ ਆਖਿਆ, ਪੰਖੀ ਹੋਏ ਕੈ ਜੇ ਭਵਾਂ ਸਹਿ ਅਸਮਾਨੀ ਜਾਉ, ਨਦਰੀ ਕਿਸੇ ਨਾ ਆਵਉ, ਨਾ ਕਿਛ ਪੀਆਂ ਨਾ ਖਾਉ, ਭੀ ਤੇਰੀ ਕੀਮਤ ਨਾ ਪਵੈ, ਹਉ ਕੇਵੜ ਆਖਾਂ ਨਾਉ, ਨਾਨਕ ਕਾਗਦ ਲਖ ਮਣਾ, ਪੜ ਪੜ ਕੀਚੇ ਭਾਉ, ਮਛੂ ਤੋੜ ਨਾ ਆਵੇ, ਲਿਖਣ ਪਾਉਣ ਚਲਾਓ, ਭੀ ਤੇਰੀ ਕੀਮਤ ਨਾ ਪਵੈ, ਹਉ ਕੇਵੜ ਆਖਾਂ ਨਾਉ। ਤੇ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਆਖਿਆ ਕਿ ਅਨੇਕਾਂ ਗੁਣ ਨੇ ਅਕਾਲ ਪੁਰਖ ਪਰਮਾਤਮਾ ਦੇ, ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿਹਵਾ ਏਕ ਅਨੇਕ ਗੁਣ, ਅਨੇਕਾਂ ਗੁਣ ਨੇ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਖਿਆ, ਨਾਨਕ ਕਾਗਦ ਲਖ ਮਣਾ, ਕਿ ਜੇ ਮੇਰੇ ਪਾਸ ਤੇਰੀ ਵਡਿਆਈ ਕਰਨ ਨਾਲ ਭਰੇ ਹੋਏ ਲੱਖਾਂ ਮਣਾ ਕਾਗਜ਼ ਹੋਣ, ਕਿ ਲਿਖੀ ਜਾਵਾਂ ਤੇਰੇ ਸਿਫਤ ਸਲਾਹ ਕਾਗਜ਼ ਦੇ ਉੱਤੇ, ਲੱਖਾਂ ਮਣਾ ਕਾਗਜ਼ ਹੋਣ ਤੇ ਉਹਨਾਂ ਨੂੰ ਮੁੜ ਮੁੜ ਪੜ੍ਹ ਕੇ ਵਿਚਾਰ ਵੀ ਕੀਤੀ ਜਾਵੇ, ਫਿਰ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਇਹ ਕਹਿ ਲਓ ਕਿ ਜਿਹੜਾ ਅੰਤ ਪਾਉਣ ਲਈ ਟੁਰਿਆ ਉਹ ਝਾਕੀ ਮਾਰਦਾ ਪਿਆ, ਹੋਰ ਕੁਝ ਨਹੀਂ। ਅੰਤ ਨਹੀਂ ਪਾਇਆ ਜਾ ਸਕਦਾ। ਮਛੂ ਤੋੜ ਨਾ ਆਵਈ, ਲੇਖਣ ਪਾਉਣ ਚਲਾਓ, ਤੇ ਤੇਰੀ ਵਡਿਆਈ ਲਿਖਣ ਵਾਸਤੇ ਮੈਂ ਹਵਾ ਨੂੰ ਕਲਮ ਬਣਾ ਲਵਾਂ। ਕਲਮ ਕਿਹਨੂੰ ਬਣਾ ਲਵਾਂ? ਹਵਾ ਨੂੰ। ਤੇ ਲਿਖਦਿਆਂ ਲਿਖਦਿਆਂ ਸਿਆਹੀ ਵੀ ਕਦੇ ਤੋੜ ਨਾ ਆਵੇ, ਸਿਆਹੀ ਵੀ ਨਾ ਮੁੱਕੇ, ਮਛੂ ਤੋੜ ਨਾ ਆਵਈ, ਲੇਖਣ ਪਾਉਣ ਚਲਾਓ, ਭੀ ਤੇਰੀ ਕੀਮਤ ਨਾ ਪਵੈ, ਹਉ ਕੇਵੜ ਆਖਾਂ ਨਾਉ। ਇਹ ਪਾਵਨ ਸ਼ਬਦ ਸਾਰਾ ਪੜ੍ਹ ਕੇ ਵੇਖ ਲਈਏ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਖਿਆ, ਅੰਤ ਨਹੀਂ ਪਾਇਆ ਜਾ ਸਕਦਾ। ਕੋਟ ਕੋਟੀ ਮੇਰੀ ਆਰਜਾ, ਪਵਨ ਪੀਨ ਅਪਿਆਓ, ਚੰਦ ਸੂਰਜ ਦੋਏ ਗੁਫੈ ਨਾ ਦੇਖਾਂ, ਸੁਪਨੇ ਸੌ ਨਾ ਥਾਉ, ਭੀ ਤੇਰੀ ਕੀਮਤ ਨਾ ਪਵੈ, ਹਉ ਕੇਵੜ ਆਖਾਂ ਨਾਉ, ਸਾਚਾ ਨਿਰੰਕਾਰ ਨਿਜ ਥਾਏ, ਸੁਣ ਸੁਣ ਆਖਣ ਆਖਣਾ, ਜੇ ਭਾਵੈ ਕਰੇ ਤਮਾਏ। ਅਸੀਂ ਜੀਵ ਇੱਕ ਦੂਜੇ ਤੋਂ ਸੁਣ ਸੁਣ ਕੇ ਹੀ ਉਸ ਦੀ ਬਜ਼ੁਰਗੀ ਦਾ ਬਿਆਨ ਕਰ ਦਿੰਦੇ ਹਾਂ, ਇੱਕ ਦੂਜੇ ਤੋਂ ਸੁਣ ਸੁਣ ਕੇ ਕਿ ਪਰਮਾਤਮਾ ਅਜਿਹਾ ਹੈ। ਕਹਿੰਦੇ ਪਰ ਇਹ ਕੋਈ ਨਹੀਂ ਦੱਸ ਸਕਦਾ ਕਿ ਉਹ ਕਿਤਨਾ ਕੁ ਵੱਡਾ ਹੈ। ਜੇ ਪਰਮਾਤਮਾ ਨੂੰ ਚੰਗਾ ਲੱਗੇ ਤਾਂ ਜੀਵ ਦੇ ਅੰਦਰ ਆਪਣੀ ਸਿਫਤ ਸਲਾਹ ਦੀ ਤਾਂਘ ਪੈਦਾ ਕਰ ਦਿੰਦਾ ਹੈ। ਕੁਸਾਂ ਕਟੀਆਂ ਵਾਰ ਵਾਰ, ਪੀਸਨ ਪੀਸਾਂ ਪਾਏ, ਅੱਗੀ ਸੇਤੀ ਜਾਲੀਆਂ, ਭਸਮ ਸੇਤੀ ਰਲ ਜਾਓ, ਭੀ ਤੇਰੀ ਕੀਮਤ ਨਾ ਪਵੈ, ਹਉ ਕੇਵੜ ਆਖਾਂ ਨਾਉ। ਪੰਖੀ ਹੋਏ ਕੈ ਜੇ ਭਵਾਂ, ਸਹਿ ਅਸਮਾਨੀ ਜਾਉ, ਨਦਰੀ ਕਿਸੇ ਨਾ ਆਵਉ, ਨਾ ਕਿਛ ਪੀਆਂ ਨਾ ਖਾਉ, ਭੀ ਤੇਰੀ ਕੀਮਤ ਨਾ ਪਵੈ, ਹਉ ਕੇਵੜ ਆਖਾਂ ਨਾਉ। ਨਾਨਕ ਕਾਗਦ ਲਖ ਮਣਾ, ਪੜ ਪੜ ਕੀਚੇ ਭਾਉ, ਮਛੂ ਤੋਟ ਨ ਆਵਈ, ਲੇਖਣ ਪਾਉਣ ਚਲਾਓ, ਭੀ ਤੇਰੀ ਕੀਮਤ ਨਾ ਪਵੈ, ਹਉ ਕੇਵੜ ਆਖਾਂ ਨਾਉ। ਜਿੱਥੇ ਭਗਤ ਕਬੀਰ ਜੀ ਨੇ ਆਖਿਆ ਹੈ, ਕਬੀਰ ਸਾਤ ਸਮੁੰਦੈ ਮਛ ਕਰੋ, ਕਲਮ ਕਰੋ ਬਨ ਰਾਏ, ਬਸ ਦਾ ਕਾਗਦ ਜੋ ਕਰੋ, ਹਰ ਜਸ ਲਿਖਾ ਨਾ ਜਾਏ। ਤਾਂ ਵੀ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਨਹੀਂ ਜਾ ਸਕਦੀ, ਉਹਦੇ ਗੁਣ ਨਹੀਂ ਬਿਆਨ ਕੀਤੇ ਜਾ ਸਕਦੇ। ਇਸੇ ਕਰਕੇ ਭਲਾ ਇਹਦੇ ਵਿੱਚ ਹੀ ਹੈ, ਗੁਰਬਾਣੀ ਪੜ੍ਹ ਕੇ ਆਪਣੇ ਜੀਵਨ ਨੂੰ ਸਚਿਆਰਾ ਬਣਾ ਲਈਏ। ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਆਖਿਆ ਹੈ, ਜਿਹਵਾ ਏਕ ਅਨੇਕ ਗੁਣ, ਤਰੇ ਨਾਨਕ ਚਰਨੀ ਪਾਏ। ਪਾਤਸ਼ਾਹ ਜੀ ਕਹਿੰਦੇ ਹਨ, ਅਨੇਕਾਂ ਗੁਣ ਨੇ, ਜੀਵ ਇੱਕ ਹੈ। ਜਿਨ੍ਹੇ ਚਰਨਾਂ ਦਾ ਆਸਰਾ ਲਿਆ ਉਹ ਅਨੇਕਾਂ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ। ਫਲ ਗੁਣ ਨਿਤ ਸਲਾਹੀ ਹੈ, ਜਿਸ ਨੂੰ ਤਿਲ ਨਾ ਤੁਮਾਏ।
ਹੁਣ ਫਲਗੁਣ ਦੇ ਨਾਣੇ ਨੂੰ ਸਿਹਾਰੀ ਹੈ। ਫੱਗਣ ਦੇ ਮਹੀਨੇ ਦੇ ਰਾਹੀਂ ਪਾਤਸ਼ਾਹ ਜੀ ਉਪਦੇਸ਼ ਦਿੰਦੇ ਨੇ, ਫਲਗੁਣ ਨਿਤ ਸਲਾਹੀ ਹੈ। ਫਲਗੁਣ ਦੇ ਮਹੀਨੇ ਰਾਹੀਂ ਉਪਦੇਸ਼ ਦਿੱਤਾ ਕਿ ਅਕਾਲ ਪੁਰਖ ਪਰਮਾਤਮਾ ਨੂੰ ਨਿਤ ਹੀ ਸਲਾਹੁਣਾ ਚਾਹੀਦਾ ਹੈ। ਨਿਤ ਰੋਜ਼ ਰੋਜ਼ਾਨਾ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਜਿਸ ਨੂੰ ਤਿਲ ਨਾ ਤਮਾਏ, ਜਿਸ ਨੂੰ ਆਪਣੀ ਵਡਿਆਈ ਕਰਾਉਣ ਦਾ ਰੱਤਾ ਭਰ ਵੀ ਲਾਲਚ ਨਹੀਂ, ਇਸ ਵਿੱਚ ਸਾਡਾ ਹੀ ਭਲਾ ਹੈ। ਅਕਾਲ ਪੁਰਖ ਪਰਮਾਤਮਾ ਨੂੰ ਕੋਈ ਲਾਲਚ ਨਹੀਂ ਕਿ ਮੇਰੀ ਕੋਈ ਸਿਫਤ ਸਲਾਹ ਕਰੇ। ਅੱਜ ਬੰਦੇ ਨੂੰ ਲਾਲਚ ਹੈ ਕਿ ਮੇਰੇ ਕੋਈ ਸਿਫਤ ਕਰੇ। ਜਿੱਥੇ ਚਾਰ ਬੰਦੇ ਜੁੜਦੇ ਨੇ ਉੱਥੇ ਮੇਰੀ ਗੱਲ ਹੋਵੇ, ਮੇਰੀ ਗੱਲ ਕਰਨੀ ਕਿ ਫਲਾਣਾ ਬੰਦਾ ਬਹੁਤ ਚੰਗਾ ਹੈ, ਇਹਦੇ ਵਰਗਾ ਕੋਈ ਬੰਦਾ ਨਹੀਂ। ਬੰਦੇ ਨੂੰ ਲਾਲਚ ਹੈ ਅੱਜ ਕਿ ਮੇਰੀ ਸਿਫਤ ਹੋਵੇ, ਘਰ ਘਰ ਦੇ ਵਿੱਚ ਮੇਰਾ ਨਾਂ ਲਿਆ ਜਾਏ। ਪਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਫੱਗਣ ਦੇ ਮਹੀਨੇ ਦੇ ਰਾਹੀਂ ਉਪਦੇਸ਼ ਦਿੰਦੇ ਨੇ, ਫਲਗੁਣ ਨਿਤ ਸਲਾਹੀ ਹੈ। ਅਕਾਲ ਪੁਰਖ ਪਰਮਾਤਮਾ ਨੂੰ ਨਿਤ ਸਲਾਹੁਣਾ ਚਾਹੀਦਾ ਹੈ, ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਜਿਸ ਨੂੰ ਤਿਲ ਨਾ ਤਮਾਏ, ਜਿਸ ਅਕਾਲ ਪੁਰਖ ਪਰਮਾਤਮਾ ਨੂੰ ਆਪਣੀ ਵਡਿਆਈ ਕਰਾਉਣ ਦਾ ਰੱਤਾ ਵੀ ਲਾਲਚ ਨਹੀਂ, ਇਹਦੇ ਵਿੱਚ ਭਲਾ ਸਾਡਾ ਹੀ ਹੈ। ਜਦੋਂ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ, ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਮੈਂ ਪਹਿਲਾਂ ਵੀ ਆਪ ਜੀਆਂ ਦੇ ਨੇ ਇੱਕ ਵਾਰ ਸਾਂਝਾ ਕੀਤਾ ਸੀ ਕਿ ਸਾਨੂੰ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਕਿਉਂ ਕਰਨੀ ਚਾਹੀਦੀ ਹੈ। ਇਹਦੇ ਵਿੱਚ ਸਾਡਾ ਭਲਾ ਹੈ। ਅਕਾਲ ਪੁਰਖ ਪਰਮਾਤਮਾ ਨੂੰ ਰੱਤਾ ਵੀ ਲਾਲਚ ਨਹੀਂ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਖਿਆ, ਵੱਡਾ ਦਾਤਾ ਤਿਲ ਨਾ ਤਮਾਏ, ਉਹ ਬਹੁਤ ਵੱਡਾ ਹੈ, ਸਮਰੱਥ ਹੈ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਬਿਲਾਵਲ ਰਾਗ ਦੇ ਅੰਦਰ 795 ਨੰਬਰ ਅੰਗ ਤੇ ਬਖਸ਼ਿਸ਼ ਕੀਤੀ, ਏਤੇ ਕੂਕਰ ਹਉ ਬੇਗਾਨਾ, ਭੌਂਕਾ ਇਸ ਤਨ ਤਾਈ ਭਗਤਹੀਨ, ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ। ਹੁਣ ਦੇਖੋ, ਜਦੋਂ ਇੱਕ ਬੰਦਾ ਇੱਕ ਏਰੀਏ ਦੇ ਬੰਦਾ ਦੂਜੇ ਏਰੀਏ ਵਿੱਚ ਜਾਂਦਾ ਹੈ ਨਾ, ਤਾਂ ਉਸ ਏਰੀਏ ਦੇ ਬੰਦੇ ਝੱਟ ਪਛਾਣ ਜਾਂਦੇ ਨੇ ਬੋਲੀ ਤੋਂ ਕਿ ਸਾਡੇ ਏਰੀਏ ਦਾ ਨਹੀਂ ਹੈਗਾ, ਇਹ ਸਾਡੇ ਮਹੱਲੇ ਦਾ ਨਹੀਂ, ਸਾਡੇ ਪਿੰਡ ਦਾ ਨਹੀਂ, ਸਾਡੇ ਸ਼ਹਿਰ ਦਾ ਨਹੀਂ, ਇਹ ਕਿਤੋਂ ਬਾਹਰੋਂ ਆਇਆ, ਪਛਾਣ ਜਾਂਦੇ ਨੇ ਝੱਟ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ, ਏਤੇ ਕੂਕਰ ਹਾਉ ਬੇਗਾਨਾ। ਇੱਕ ਕੁੱਤਾ ਇੱਕ ਮਹੱਲੇ 'ਚੋਂ ਦੂਜੇ ਮਹੱਲੇ ਵਿੱਚ ਚਲਾ ਜਾਵੇ ਨਾ, ਕੁੱਤਿਆਂ ਦੀ ਆਪਸੀ ਯੂਨੀਅਨ ਬਣੀ ਹੁੰਦੀ ਹੈ, ਝੱਟ ਪਛਾਣ ਜਾਂਦੇ ਨੇ, ਕਿਉਂਕਿ ਜਿਹੜੇ ਇਕੱਠੇ ਰਹਿੰਦੇ ਨੇ ਇੱਕ ਦੂਜੇ ਨੂੰ ਭੌਂਕਦੇ ਨਹੀਂ, ਲੜਦੇ ਨਹੀਂ। ਜਿਹੜਾ ਦੂਜੇ ਮਹੱਲੇ ਦੇ ਵਿੱਚੋਂ ਦੂਜੇ ਬੰਨੇ ਜਾਏਗਾ, ਕੁੱਤੇ ਇਕੱਠੇ ਹੋ ਕੇ ਉਸ ਨੂੰ ਭੌਂਕਣਾ ਸ਼ੁਰੂ ਕਰ ਦਿੰਦੇ ਨੇ ਕਿ ਇਹ ਦੂਜੇ ਪਾਸੋਂ ਸਾਡੇ ਵਿੱਚ ਆ ਗਿਆ। ਹੁਣ ਉਹ ਆਪਣੇ ਬਚਾਅ ਦੇ ਲਈ ਥੋੜ੍ਹਾ ਥੋੜ੍ਹਾ ਭੌਂਕਦਾ ਵੀ ਹੈ ਅਤੇ ਆਪਣੇ ਪੈਰ ਪਿਛਾਂਹ ਨੂੰ ਪੁੱਟਦਾ ਹੈ। ਹੁਣ ਉੱਥੇ ਭੌਂਕਦਾ ਕਿਉਂ ਹੈ? ਪਤਾ ਜੇ ਨਾ ਭੌਂਕਿਆ ਤਾਂ ਇਹਨਾਂ ਨੇ ਯੂਨੀਅਨ ਬਣੀ ਹੈ ਜਿਹੜੀ ਇਹਨਾਂ ਨੇ ਫੜ ਕੇ ਮੈਨੂੰ ਮਾਰ ਦੇਣਾ ਹੈ, ਮੈਨੂੰ ਪਾੜ ਕੇ ਸੁੱਟ ਦੇਣਾ, ਖਤਮ ਕਰ ਦੇਣਗੇ। ਉਹ ਆਪਣੇ ਬਚਾਅ ਦੇ ਲਈ ਭੌਂਕਦਾ ਵੀ ਹੈ ਅਤੇ ਥੋੜ੍ਹਾ ਥੋੜ੍ਹਾ ਪੈਰ ਪਿਛਾਂਹ ਨੂੰ ਪੁੱਟਦਾ ਜਾਂਦਾ ਕਿ ਇਹਨਾਂ ਤੋਂ ਬਚ ਕੇ ਨਿਕਲਿਆ ਜਾਏ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ, ਏਤੇ ਕੂਕਰ ਹਉ ਬੇਗਾਨਾ, ਭੌਂਕਾਂ ਇਸ ਤਨ ਤਾਈ। ਕਹਿੰਦੇ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਮੈਂ ਵੀ ਕੁੱਤਿਆਂ ਤੋਂ ਬਚਣ ਲਈ ਕਰਦਾ ਪਿਆ ਹਾਂ। ਕੁੱਤੇ ਕਿਹੜੇ ਨੇ? ਕਾਮ ਕ੍ਰੋਧ ਨਾ ਮੋਹੀ ਹੈ, ਬਿਨਸੈ ਲੋਭ ਸੁਆਣ। ਲੋਭ ਰੂਪੀ ਕੁੱਤਾ ਜੋ ਬੰਦੇ ਦੇ ਅੰਦਰ ਬੈਠਾ ਭੌਂਕਦਾ ਹੈ, ਜਿਸ ਨੂੰ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸ਼੍ਰੀ ਰਾਗ ਦੇ ਅੰਦਰ ਆਖਿਆ, ਏਕ ਸੁਆਣ ਦੋਏ ਸੁਆਨੀ ਨਾਲ, ਭੁੱਲ ਕੇ ਭੌਂਕੈ ਸਦਾ ਬਿਆਲ। ਕੂੜ ਛੁਰਾ ਮੁੱਠਾ ਮੁਰਦਾਰ, ਧਾਨ ਕਰੂਪ ਰਹਾ ਕਰਤਾਰ। ਮੈਂ ਪਤ ਕੀ ਪੰਧ ਨਾ ਕਰਨੀ, ਕੀ ਕਾਰ ਹਉ ਬਿਗੜੈ ਰੂਪ ਰਹਾ ਬਿਕਲਾਲ। ਏਤੇ ਕੂਕਰ ਹਉ ਬੇਗਾਨਾ, ਭੌਂਕਾਂ ਇਸ ਤਨ ਤਾਈ। ਕਹਿੰਦੇ ਇੱਥੇ ਕਾਮਾਦਿਕ, ਕਾਮ ਕ੍ਰੋਧ ਲੋਭ ਮੋਹ ਹੰਕਾਰ ਅਨੇਕਾਂ ਕੁੱਤੇ ਹਨ। ਮੈਂ ਇਹਨਾਂ ਵਿੱਚ ਉਪਰਾ ਫਸਿਆ ਹਾਂ ਪਾਤਸ਼ਾਹ ਜੀ। ਮੈਂ ਇਸ ਦੇਸ਼ ਦੇ ਵਿੱਚ ਉਪਰਾ ਆ ਗਿਆ ਹਾਂ। ਮੈਂ ਆਪਣੇ ਬਚਾਅ ਲਈ ਇਹਨਾਂ ਕੁੱਤਿਆਂ ਕਾਮਾਦਿਕ ਵੈਰੀਆਂ ਤੋਂ ਬਚਣ ਲਈ ਤੇਰੀ ਸਿਫਤ ਸਲਾਹ ਕਰਦਾ, ਮੈਂ ਇਹਨਾਂ ਵੈਰੀਆਂ ਤੋਂ ਬਚ ਜਾਵਾਂ। ਜਿਸ ਤਰ੍ਹਾਂ ਕੁੱਤਾ ਭੌਂਕਦਾ ਹੈ ਆਪਣੇ ਬਚਾਅ ਦੇ ਲਈ, ਪਿਛਾਂ ਪੈਰ ਪੁੱਟਦਾ ਹੈ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ, ਏਤੇ ਕੂਕਰ ਹਉ ਬੇਗਾਨਾ, ਭੌਂਕਾਂ ਇਸ ਤਨ ਤਾਈ। ਜਿਤਨੀ ਕੁ ਤੇਰੀ ਸਿਫਤ ਸਲਾਹ ਕਰਦਾ ਹਾਂ, ਮੈਂ ਆਪਣੇ ਇਸ ਸਰੀਰ ਨੂੰ ਕਾਮਾਦਿਕ ਕੁੱਤਿਆਂ ਤੋਂ ਬਚਾਉਣ ਲਈ ਭੌਂਕਦਾ ਹਾਂ। ਜਿਵੇਂ ਉਪਰਾ ਕੁੱਤਾ ਵੈਰੀ ਕੁੱਤਿਆਂ ਤੋਂ ਬਚਣ ਲਈ ਭੌਂਕਦਾ ਹੈ, ਮੈਂ ਵੀ ਤੇਰੀ ਸਿਫਤ ਸਲਾਹ ਕਰਦਾ ਹਾਂ ਕਿ ਮੇਰਾ ਜੀਵਨ ਚੰਗਾ ਬਣਿਆ ਰਹੇ, ਕਿ ਇਹ ਕਾਮਾਦਿਕ ਜਿਹੜੇ ਕੁੱਤੇ
ने तुलना की धन श्री गुरु नानक साहब पातशाह जी ने कीते ए मैनू तबाह ना कर देन। एते कूकर हाओ बेगाना भौंका इस तन ताई भगतहीन नानक जे होएगा तां खसमै नाओ ना जाई। हुण धन श्री गुरु अर्जन साहब पातशाह जी ने आखिया कि फालगुण नित सलाही है, जिसनों तिल ना तमाए। फालगुण के महीने राही उपदेश दिता। अकाल पुरख परमात्मा की सिफत सलाह हमेशा रोजाना करनी चाहिए। हुण देखो सिफत सिर्फ जुबान तो नहीं होंदी, बंदा चंगे कर्म करे ये भी अकाल पुरख परमात्मा की सिफत सलाह है। हुण बंदा कहे कि सिर्फ जुबान तो बाणी पढ़ के वाहिगुरू करके सिफत होंदी है, होर तरीके नाल हो ही नहीं सकती। फिर देखो संसार के अंदर अनेकां वो भी ने जिहड़े जुबान तो बोल ही नहीं सकते, गूंगे भी हैगे ने, जिन्होंने कन्ना करके सुनता है नहीं कि वो फिर सिफत सलाह नहीं कर सकते। वो भी चंगे काम करन, इशारियां नाल भी समझाउंदे ने। अपन टीवियां ते वेखदे अपनी गल साडे तक पहुँचा देंदे ने, एक दूजे ने भी समझा, उन्हां दी एक आपदी बोली है। सिफत सलाह वो भी कर सकते हैं, चंगे कर्म करिए ये भी अकाल पुरख परमात्मा की सिफत तो सलाह है, जो करके मनुख का जीवन सचियारा बनता है। फालगुण नित सलाही है, जिसनों तिल ना तमाए। हुण आरंभ दे विच धन श्री गुरु अर्जन साहब पातशाह जी ने बख्शिश की, फालगुण आनंद उपार्जना हर सज्जन प्रगटे आए। फगण महीने विच कहंदे सियाली रुੱਤ दी करड़ी ठंड पिछों बहार फिरन ते फगण के महीने में लोग होलियां दे रंग तमाशियां दे राही खुशी मनाउंदे ने, क्योंकि फगण विच होली आउंदी है। धन श्री गुरु अर्जन साहब पातशाह जी कहंदे होली दे रंग खेड के ना लोग थोड़ा क समा खुशी मनाउंदे ने। रंग भी कच्चे ने जिहड़े लै जाणगे छेती, खुशी भी जिहड़ी बहुते चिर लंबी नहीं, वो थोड़े वक्त दी हुंदी है, बहुते लंबे समय दी नहीं। क्योंकि पातशाह जी ने आख्या है कच्चा रंग कुसंभ का थोड़िया दिन चार जियो। पक्का रंग होली किवें खेडनी है, पातशाह जी ने धन श्री गुरु अर्जन साहब पातशाह जी ने आख्या होली कीनी संत सेव रंग लगा अत लाल देव। आ होली खेडांगे, आ रंग जो चढ़ेगा ये जिंदगी भर मरदे दम तक लहना नहीं, मरन तो बाद भी चढ़िया रहिंदा जी। हुण पातशाह जी ने आख्या फालगुण आनंद उपार जना हर सज्जन प्रगटे आए। फगण के महीने दे विच होली आउंदी है, लोग होलियां खेडदे ने, आनंद प्राप्त करते हैं जो थोड़े समय लिए हुंदा है, पर जो गुरु तो आनंद प्राप्त होना है वो हमेशा ही जिंदगी अंदर बनया रहिंदा है। उहदी कोई एक या दो दिनों की कोई तरीक नहीं कि तीजे दिन खत्म हो जाएगा, नहीं हुंदा कदी भी। फालगुण आनंद उपार जना हर सज्जन प्रगटे आए। कहंदे फगण विच उन्हां जीव इस्त्रियां दे अंदर आनंद पैदा हुंदा है जिन्हां दे हिरदे विच अकाल पुरख परमात्मा सज्जन प्रथक आप आ वसदा है। उन्हां दे अंदर आनंद ही आनंद है। संत सहाई राम के कर किरपा दियां मिलाए, परमात्मा नाल मिलान लई सहायता करन वाले संत भाव गुरु। कहंदे मेहर करके उन्होंने परमात्मा नाल जोड़ देंदे हन। गुरु ने अकाल पुरख परमात्मा दे नाल जोड़ना है। इत्थे संत गुरु वास्ते आया है। संत सहाई राम के कर किरपा दियां मिलाए, सहाई हुंदे ने संत भाव गुरु अकाल पुरख परमात्मा दे नाल जोड़न वास्ते। कर किरपा दियां मिलाए सेज सुहावी सर्ब सुख हुण दुखा ना ही जाए। उन्हां दी हिरदे रूपी सेध सोहनी बन जाती है, सारे सुख प्राप्त हो जाते ने, फिर दुखों लई उन्हां दे हिरदे विच थां रह ही नहीं जाती। इछ पुन्नी वडभागणी वर पाया हर राए। उन्हां वडभागण जीव इस्त्रियां दी मनोकामना पूरी हो जाती है। उन्हां नूं खसम अकाल पुरख परमात्मा मिल पैंदा है। मिल सहिया मंगल गावही गीत गोविंद अलाए। हे सत संगी सहेलियां ना रल के गोबिंद दे शिव सलाह दे गीत अलाप आत्मिक आनंद पैदा करने वाली गुरबाणी गांदियां हन।
ਉਹ ਸਤ ਸੰਗੀ ਸਹੇਲੀਆਂ ਨਾਲ ਰਲ ਕੇ ਗੋਬਿੰਦ ਦੀ ਸਿਫਤ ਸਲਾਹ ਦੇ ਗੀਤ ਅਲਾਪ ਕੇ ਆਤਮਿਕ ਆਨੰਦ ਪੈਦਾ ਕਰਨ ਵਾਲੀ ਗੁਰਬਾਣੀ ਗਾਉਂਦੀਆਂ ਹਨ। ਹੁਣ ਦੇਖੋ, ਮਿਲ ਸਹੀਆਂ ਮੰਗਲ ਗਾਵਹੀਂ ਗੀਤ ਗੋਬਿੰਦ ਅਲਾਏ। ਜਦੋਂ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਬਚਨ ਆਨੰਦ ਸਾਹਿਬ ਦੀ ਬਾਣੀ ਅੰਦਰ ਪੜ੍ਹਦੇ ਹਾਂ, ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਖਿਆ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਮਿਲ ਸਹੀਆਂ ਮੰਗਲ ਗਾਵਹੀਂ ਗੀਤ ਗੋਬਿੰਦ ਅਲਾਏ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਹਿਰਦੇ ਸੇਜ ਉੱਤੇ ਪਤੀ ਆਉਣ ਦਾ ਜਦੋਂ ਸੁਨੇਹਾ ਸੁਣ ਲਿਆ ਕਿ ਆਉਣ ਲੱਗਾ, ਕਹਿੰਦੇ ਮੈਂ ਅਨੁਭਵ ਕਰ ਲਿਆ ਕਿ ਪਰਮਾਤਮਾ ਮੇਰੇ ਹਿਰਦੇ ਵਿੱਚ ਆ ਵਸਿਆ ਹੈ, ਕਿਉਂਕਿ ਇਹਨਾਂ ਅੱਖਾਂ ਨੇ ਸਹੀ ਵੇਖਣਾ ਸ਼ੁਰੂ ਕਰ ਦਿੱਤਾ, ਕੰਨਾਂ ਨੇ ਗੁਰਬਾਣੀ ਨੂੰ ਸੁਣਨਾ ਸ਼ੁਰੂ ਕਰ ਦਿੱਤਾ, ਹੱਥਾਂ ਨੇ ਸਮਾਜ ਭਲਾਈ ਦੇ ਕੰਮ ਸ਼ੁਰੂ ਕੀਤੇ, ਇਹ ਪੈਰ ਸੱਚ ਦੇ ਰਸਤੇ ਉੱਤੇ ਤੁਰਨਾ ਸ਼ੁਰੂ ਕਰ ਦਿੰਦੇ ਨੇ। ਗਿਆਨ ਇੰਦਰ ਤੇ ਕਰਮ ਇੰਦਰ ਨੇ ਆਪੋ ਆਪਣੀ ਡਿਊਟੀ ਸਾਂਭ ਲਈ। ਜਦੋਂ ਕਹਿੰਦੇ ਮੈਂ ਮਹਿਸੂਸ ਕੀਤਾ ਕਿ ਹੁਣ ਹਿਰਦੇ ਸੇਜ ਉੱਤੇ ਪਤੀ ਆ ਗਿਆ, ਮਨ ਚਾਉ ਭਇਆ, ਕਹਿੰਦੇ ਮਨ ਅੰਦਰ ਖੇੜਾ ਆ ਗਿਆ, ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਮ ਘਰ ਸਾਜਨ ਆਏ ਸਾਚੇ ਮੇਲ ਮਿਲਾਏ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹੇ ਮੇਰੇ ਜਿੰਦੇ, ਮੇਰਾ ਇਹ ਹਿਰਦਾ ਘਰ ਪਰਮਾਤਮਾ ਪਤੀ ਦਾ ਨਿਵਾਸ ਬਣ ਗਿਆ, ਅਸਥਾਨ ਬਣ ਗਿਆ ਹੈ। ਹੁਣ ਤੂੰ ਪਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਗਾ। ਗਿਆਨ ਇੰਦਰ ਤੇ ਕਰਮ ਇੰਦਰ ਨੇ ਆਖਿਆ ਕਿ ਤੇ ਹੁਣ ਗੀਤ ਗਾਉਣੇ ਸ਼ੁਰੂ ਕਰ ਦੇ, ਆਪੋ ਆਪਣੀ ਡਿਊਟੀ ਸਾਂਭ ਲਵੋ ਤੁਸੀਂ। ਕਿਉਂਕਿ ਹਿਰਦਾ ਸੇਜ ਅਕਾਲ ਪੁਰਖ ਪਰਮਾਤਮਾ ਦਾ ਨਿਵਾਸ ਅਸਥਾਨ ਬਣ ਗਿਆ ਹੈ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ। ਹੇ ਜਿੰਦੇ, ਸਦਾ ਗੁਰੂ ਦੀ ਵਡਿਆਈ ਦਾ ਗੀਤ ਗਾਉਂਦੀ ਰਹਿ। ਇਸ ਤਰ੍ਹਾਂ ਕੋਈ ਫਿਕਰ ਕੋਈ ਦੁੱਖ ਤੇਰੇ ਉੱਤੇ ਜ਼ੋਰ ਨਹੀਂ ਪਾ ਸਕਦਾ। ਉਹ ਦਿਨ ਭਾਗਾਂ ਵਾਲੇ ਹੁੰਦੇ ਨੇ ਜਦੋਂ ਮੱਥਾ ਗੁਰੂ ਦੇ ਚਰਨਾਂ ਵਿੱਚ ਟਿਕੇ, ਜਦੋਂ ਇਹ ਸੀਸ ਗੁਰੂ ਦੇ ਚਰਨਾਂ ਉੱਤੇ ਨਿਵਾਇਆ ਜਾਂਦਾ ਹੈ। ਕਹਿੰਦੇ ਉਹ ਦਿਨ, ਉਹ ਸਮਾਂ ਭਾਗਾਂ ਵਾਲਾ ਹੁੰਦਾ ਹੈ ਜਦੋਂ ਪਿਆਰਾ ਪਤੀ ਹਿਰਦੇ ਵਿੱਚ ਵਸ ਪੈਂਦਾ ਹੈ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ। ਜਦੋਂ ਇਹ ਮੱਥਾ ਗੁਰੂ ਦੇ ਚਰਨਾਂ ਦੇ ਉੱਤੇ ਟਿਕਦਾ ਹੈ ਨਾ, ਪਾਤਸ਼ਾਹ ਜੀ ਕਹਿੰਦੇ ਉਹ ਦਿਨ ਚੰਗਾ, ਉਹ ਭਾਗਾਂ ਵਾਲੇ ਨੇ ਜਿਹੜੇ ਗੁਰੂ ਨੂੰ ਆ ਕੇ ਨਮਸਕਾਰ ਕਰਦੇ ਨੇ। ਮੈਂ ਬੇਨਤੀ ਕਰਾਂ ਕਿ ਜਿਹੜੇ ਸਿਰਫ ਸੰਗਰਾਂਦ ਮੱਸਿਆ ਗੁਰਦੁਆਰੇ ਆਉਂਦੇ ਨੇ ਉਹ ਵੀ ਆਇਆ ਕਰੋ, ਗੁਰੂ ਦੇ ਪਾਸ ਆ ਕੇ ਨਮਸਕਾਰ ਕਰਿਆ ਕਰੀਏ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਜਦੋਂ ਇਹ ਮੱਥਾ ਗੁਰੂ ਦੇ ਚਰਨਾਂ ਤੇ ਟਿਕੇਗਾ, ਜਦੋਂ ਗੁਰੂ ਦੇ ਉਪਦੇਸ਼ ਨੂੰ ਮੰਨੇਗਾ, ਮਨ ਕਰਕੇ ਕਹਿੰਦੇ ਉਹ ਦਿਨ ਤੁਹਾਡੇ ਲਈ ਭਾਗਾਂ ਵਾਲੇ ਬਣ ਜਾਣਗੇ। ਅਸੀਂ ਆਪ ਬਣਾਈਏ ਭਾਗਾਂ ਵਾਲੇ ਦਿਨਾਂ ਨੂੰ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ। ਇੱਥੇ ਵੀ ਗੱਲ ਕਲੀਅਰ ਹੋ ਗਈ ਕਿ ਜੇਕਰ ਗੁਰੂ ਦੇ ਪਾਸ ਆ ਕੇ ਨਮਸਕਾਰ ਨਹੀਂ ਕਰਦੇ ਤਾਂ ਦਿਨ ਫਿਰ ਅਸੀਂ ਆਪ ਮਾੜੇ ਬਣਾਏ ਹੋਏ ਨੇ, ਹੈ ਨਹੀਂ। ਗੁਰੂ ਦੇ ਪਾਸ ਆਈਏ ਤੇ ਆਪਣੇ ਦਿਨਾਂ ਨੂੰ ਚੰਗੇ ਬਣਾਈਏ, ਫੇਰ ਲਈਏ ਦਿਨਾਂ ਨੂੰ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਗੁਰੂ ਦੇ ਸ਼ਬਦ ਦੇ ਰਾਹੀਂ ਇੱਕ ਰਸ ਸਿਫਤ ਸਲਾਹ ਦੀ ਰੌ ਨਾਲ ਸਾਂਝ ਬਣ ਜਾਂਦੀ ਹੈ, ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਤੇ ਮਿਲਾਪ ਦਾ ਆਨੰਦ ਮਾਣੀਦਾ ਹੈ। ਉਹ ਅਵਸਥਾ ਕਿੱਡੀ ਵਧੀਆ ਹੋਵੇਗੀ ਜਿੱਥੇ ਜਾ ਕੇ ਆਨੰਦ ਬਣਦਾ ਹੈ, ਮਨ ਦੇ ਅੰਦਰ ਆਨੰਦ ਤੇ ਖੇੜਾ ਬਣਿਆ ਰਹਿੰਦਾ ਹੈ। ਪਾਤਸ਼ਾਹ ਜੀ ਕਹਿੰਦੇ ਫਿਰ ਆਨੰਦ ਮਾਣੀਦਾ ਹੈ ਤੇ ਇਸ ਆਨੰਦ ਦਾ ਸਵਾਦ ਜਿਨ੍ਹਾਂ ਨੇ ਆਨੰਦ ਮਾਣਿਆ ਉਹ ਜਾਣਦੇ ਨੇ, ਬਾਕੀ ਨਹੀਂ ਜੀ ਕੋਈ ਜਾਣਦਾ। ਕਹੋ ਕਬੀਰ
गूंगे गुड़ खाया पूछे ते क्या कहे, गूंगे नूं गुड़ खवा दो स्वाद ही जानदा, गुड़ दा बयान नहीं जे कर सकदा। जिन्हां ने गुरबाणी पढ़ के आनंद प्राप्त किया उही जानते ने कि गुरु की बख्शिश की है, गुरु की कृपा की है, आनंद किवें गुरु तो प्राप्त हुंदा है उही जानते ने। नहीं तो बाकी गुरु अमरदास पातशाह जी कहते आनंद आनंद सबको कहे आनंद, गुरु तो जाने कहते तो सारे ने जुबान तो कि आनंद है कृपा है, पर हजे पता नहीं लगा कि आनंद प्राप्त होना कितों। आनंद भया मेरी माए सतगुरु मैं पाया, कहे नानक प्रभ आप मिलिया करन कारण जोगो। कहते हे जिंदे खुशी का गीत गा, सब कुछ करन दे समर्थ परमात्मा आप आके मैनू मिल पिया है, कहते खुशी के गीत गाया कर। हुण अकाल पुरख परमात्मा का शुकराना कर। ते गुरु अर्जन साहिब पातशाह जी ने आख्या मिल सहिया मंगल गावही, गीत गोविंद अलाए, हर जेहा आवर ना दिसई, कोई दूजा लवै न लाए। ओ सत संगी सहेलियां नाल रल के गोबिंद की सिफत सलाह के गीत आलाप के आत्मिक आनंद पैदा करने वाली गुरबाणी गादियां हन। हर जिहा अवरना दिसे परमात्मा वर्गा कोई होर उसकी बराबरी कर सकने वाला कोई दूजा उन्होंने दिसदा ही नहीं। फिर हालत पालत सवारे आना नेह चल दितियन जाए। उस परमात्मा ने उन्हां सत संगियां दा लोक परलोक सवार दिता, अज ते कल दोवें सवार दिते। उन्होंने अपने चरनां दी लिव लीनता वाली ऐसी थां बख्शी जो कदे डोलदी नहीं। अज मनुख डोलदा फिरदा है। डीगन डोला तौ लो जो मन के भरमा, भ्रम काटे गुर अपने पाए विश्रामा। गुरु ने भरम नूं दूर करके टिकाउणा है उस अवस्था दे विच जिथे डावां डोल नहीं हुंदा बंदा। ते अज मनुख डोलदा है क्यों? डीगन डोला तौ लो जो मन के भरमा। बंदा डोलदा तां क्योंकि भरमा वहमां कर्मां कांडां दे विच फसिया होया है। ते गुरु ने कृपा करके आप इस अवस्था चों बाहर कढ के उस अवस्था दे विच सानूं थां बख्शनी है जो डोलदी नहीं। हालत पलत सवारे होण निहचल दित्तियां न जाए, संसार सागर ते रखे अन बहुड़ न जन्मै ताए। संसार समुंदर तो उन्होंने हथ दे के रख लिया, जन्मां दे गेड़ विच मुड़ उन्हां दी दौड़ भज नहीं हुंदी। जिसलिए संसार दे अंदर आई सी उन्होंने उस चीज़ की प्राप्ति हो गई। जाको आए सोई बिहाजो हर गुर ते मनै बसेरा, निज घर महल पावो सुख सहजे बाहुर न होएगो फेरा। ते इत्थे पातशाह जी कहते बाहुर ना जन्मै ताए, जेहवा एक अनेक गुण जीव एक गुण अनेकां ने, तरे नानक चरनी पाए। जिन्हां ने आसरा तकिया है उस संसार समुंदर तो पार लंघ जाते ने। फल गुण फगण के महीने राही उपदेश देंदे ने गुरु अर्जन साहिब पातशाह जी। नित सलाई है अकाल पुरख परमात्मा नूं नीति सलाउणा चाहिए, जिदे बिना एक घड़ी भी मनुख दा नहीं सरदा। उहनूं हमेशा सिमरिए जिसनों तिल ना तमाए। अकाल पुरख परमात्मा नूं रत्ता भी लालच नहीं कि कोई मेरी सिफत सरे करे, सिफत सलाह करे। जे असीं वड्डा आखांगे तां भी अकाल पुरख परमात्मा ने वो समर्थ है बहुत वड्डा रहना है। ते जे असीं कहांगे छोटा है तो साडे छोटे क्या भी अकाल पुरख परमात्मा ने कोई फर्क नहीं पैन लगा। सगों असीं अपनी भलाई लई अकाल पुरख परमात्मा का नाम जपना है। धन श्री गुरु नानक साहिब पातशाह जी के पावन बचन चेते रखी। एते कूकर हाओ बेगाना, भौंका इस तन ताई। भगत हीना नानक जे होएगा, तां खसमै नाओ न जाई। सो गुरु साहब जी कृपा करन, कीतियां विचारां साडे जीवन का
ਆਧਾਰ ਹਿਰਦਿਆਂ ਦਾ ਸ਼ਿੰਗਾਰ ਬਣ ਜਾਣ। ਅਕਾਲ ਪੁਰਖ ਪਰਮਾਤਮਾ ਦਾ ਅੰਤ ਪਾਉਣ ਲਈ ਨਾ ਤੁਰੀਏ, ਸਗੋਂ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਉਹਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਚਿਆਰਾ ਬਣੇ, ਕਿਉਂਕਿ ਅੰਤ ਨਹੀਂ ਪਾਇਆ ਜਾ ਸਕਦਾ। ਵੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾਂ, ਨਾਉ ਮੈਂ ਤੇਰਾ ਮੁੱਲ ਨਹੀਂ ਪਾ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ। ਸੋ ਇਸੇ ਕਰਕੇ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਕਰੀਏ। ਇਹੀ ਉਪਦੇਸ਼ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਪਾਵਨ ਪੌੜੀ ਦੇ ਰਾਹੀਂ ਸਾਨੂੰ ਦਿੱਤਾ ਹੈ। ਤੇ ਨਾਲ ਹੀ ਪਾਤਸ਼ਾਹ ਜੀ ਨੇ ਆਖਿਆ, ਜਿਹਨੇ ਗੁਣ ਗਾਏ ਨੇ ਨਾ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ, ਦਰਗਾਹ ਸੱਚ ਖਰੇ, ਸਰਬ ਸੁਖਾਂ ਨਿਧ ਚਰਨ ਹਰ, ਭਉ ਜਲ ਬਿਖਮ ਤਰੇ, ਪ੍ਰੇਮ ਭਗਤ ਤਿਨ ਪਾਈਆ, ਵਿਖਿਆ ਨਾਹ ਜਰੇ, ਕੂੜ ਗਏ ਦੁਬਦਾ ਨਸੀ, ਪੂਰਨ ਸੱਚ ਭਰੇ, ਪਾਰ ਬ੍ਰਹਮ ਪ੍ਰਭ ਸੇਵੰਦੇ, ਮਨ ਅੰਦਰ ਏਕ ਧਰੇ, ਮਾਹ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ, ਨਾਨਕ ਮੰਗਾ ਦਰਸ਼ਦਾਨ, ਕਿਰਪਾ ਕਰੋ ਹਰੇ। ਜੇਕਰ ਗੁਣ ਗਾਵਾਂਗੇ ਆ ਤਬਦੀਲੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਜੀਵਨ ਦੇ ਅੰਦਰ ਆ ਜਾਂਦੀ ਹੈ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਸੋ ਸਮਾਂ ਨਹੀਂ ਤਾਂ ਇਸ ਪਾਵਨ ਪੌੜੀ ਦੀ ਵਿਚਾਰ ਕਰਨੀ ਸੀ। ਸੋ ਫਿਰ ਕਦੀ ਮੌਕਾ ਮਿਲਿਆ ਤਾਂ ਇਸ ਪਾਵਨ ਪੌੜੀ ਨੂੰ ਵਿਚਾਰਨ ਦਾ ਯਤਨ ਕਰਾਂਗੇ। ਸੋ ਆਪ ਗੁਰਬਾਣੀ ਪੜ੍ਹੀਏ, ਵਿਚਾਰੀਏ, ਘਰਾਂ ਦੇ ਅੰਦਰ ਸਹਿਜ ਪਾਠ ਕਰੀਏ, ਗੁਰਬਾਣੀ ਪੜ੍ਹ ਕੇ ਸੁਚੇਤ ਹੋਈਏ ਕਰਮ ਕਾਂਡਾ ਵਹਿਮਾਂ ਭਰਮਾਂ ਤੋਂ, ਤਾਂ ਹੀ ਸਾਡਾ ਜੀਵਨ ਸੁਚਿਆਰਾ ਬਣ ਸਕਦਾ। ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਕਿ ਜਿੱਥੇ ਅਸੀਂ ਸੰਗਰਾਂਦ ਮੱਸਿਆ 'ਤੇ ਹਾਜ਼ਰੀ ਭਰਦੇ ਹਾਂ, ਰੋਜ਼ਾਨਾ ਗੁਰਦੁਆਰਾ ਸਾਹਿਬ ਆਈਏ। ਗੁਰੂ ਤੋਂ ਬਿਨਾਂ ਸਾਡਾ ਇੱਕ ਮਿੰਟ ਵੀ ਨਹੀਂ ਸਰਦਾ, ਇਸੇ ਕਰਕੇ ਲੋੜ ਹੈ ਰੋਜ਼ਾਨਾ ਆਪਣਾ ਸੀਸ ਗੁਰੂ ਦੇ ਚਰਨਾਂ ਦੇ ਉੱਪਰ ਆ ਕੇ ਟਿਕਾਈਏ, ਨਮਸਕਾਰ ਕਰੀਏ ਗੁਰੂ ਨੂੰ, ਤੇ ਗੁਰੂ ਦਾ ਉਪਦੇਸ਼ ਘਰਾਂ ਦੇ ਵਿੱਚ ਲੈ ਕੇ ਜਾਈਏ। ਘਰ ਘਰ ਦੇ ਅੰਦਰ ਗੁਰਬਾਣੀ ਦੀ ਰੋਸ਼ਨੀ ਜਦੋਂ ਹੋ ਗਈ, ਹਨੇਰਾ ਅਗਿਆਨਤਾ ਦਾ ਆਪਣੇ ਆਪ ਦੂਰ ਹੋ ਜਾਏਗਾ। ਚਾਨਣ ਦੇ ਸਾਹਮਣੇ ਹਨੇਰਾ ਟਿਕ ਨਹੀਂ ਸਕਦਾ, ਗਿਆਨ ਦੇ ਸਾਹਮਣੇ ਅਗਿਆਨਤਾ ਟਿਕਦੀ ਨਹੀਂ। ਗਿਆਨ ਦਾ ਪ੍ਰਕਾਸ਼, ਗਿਆਨ ਦਾ ਦੀਵਾ ਬਾਲ ਲਈਏ, ਅਗਿਆਨਤਾ ਆਪਣੇ ਆਪ ਦੂਰ ਹੋ ਜਾਵੇਗੀ। ਵਿਚਾਰਾਂ ਕਰਦੇ ਹਾਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਗੁਰੂ ਸਾਹਿਬ ਜੀ ਬਖਸ਼ਣ ਯੋਗ ਨੇ, ਅਣਜਾਣ ਸਮਝ ਕੇ ਬਖਸ਼ ਲੈਣ, ਅੱਗੇ ਤੋਂ ਸਮਤ ਬਖਸ਼ਣ। ਸਮੂਹ ਸੰਗਤ ਦਾ ਧੰਨਵਾਦ, ਜਿਨ੍ਹਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਬੈਠ ਕੇ ਵਿਚਾਰਾਂ ਨੂੰ ਸ਼ਰਵਣ ਕੀਤਾ ਹੈ। ਅਖੀਰ ਦੇ ਵਿੱਚ ਬੜੇ ਹੀ ਅਦਬ ਸਤਿਕਾਰ ਦੇ ਨਾਲ ਗੱਜ ਕੇ ਫਤਿਹ ਪ੍ਰਵਾਨੋ ਜੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ